गौड़ी ग्वारेरी अहन सेक नाम जो जागे, केतक सिद्ध भय लिव लागे राव। साधक सिद्ध सगल मुनहारे, एक नाम कल्प तर तारे। जो हर हरे सो होए नयाना, कह कबीर राम नाम पछाना। गौड़ी ग्वारेरी अहन सेक नाम जो जागे, केतक सिद्ध भय लिव लागे। वाहिगुरु जी का खालसा, वाहिगुरु जी की फतेह। परम सन्मानयोग सतगुरु महाराज दी साजी नवाजी होई। गुरु खालसा सत संगत जीओ, सतगुरु ने अपार बख्शिश कीती। आप संगतां सतगुरु दे पावन पवित्र सोहणे दरबार दे विच हाजरियां भर रहे हो। पंचम पातशाह शहीदां दे सरताज शांति दे सोमे महान परोपकारी सतगुरु धन गुरु अर्जन देव महाराज सच्चे पातशाह ने सारे विश्व ते सारी मनुखता ते विशेष करके सारे सिख जगत ते खालसा पंथ ते एक महान परोपकार कीता है। साहिब श्री गुरु ग्रंथ साहिब जी की संपादना एक मनुखता नूं बहुत वड्डी जीवन जाच बख्शिश कीती है। साहिब श्री गुरु ग्रंथ साहिब जी दे अंदर श्री मुखवाक बाणी दे नाल नाल कुछ होरनां भगतां महापुरखां दी बाणी भी दर्ज कीती, जिन्हां ने अकाल पुरख वाहिगुरु दी भगती करके सिमरन करके अकाल पुरख वाहिगुरु दे दर प्रवानगी हासिल कीती। उन्हां भगतां नूं उन्हां दी बाणी नूं भी सतगुरु ने बराबर दा सन्मान बख्शिश कीता है। श्रोमणी भगत भगत कबीर जी दी बाणी एक बहुत जीवन जाच सिखाउंदी है। गौड़ी राग दे अंदर भगत कबीर जी दी बाणी दी कथा चल रही है। जिस पवित्र शब्द दा पाठ आप संगतां ने बहुत प्रेम दे नाल सुनिया है। इस पावन पवित्र शब्द दे अंदर भगत कबीर जी नाम जपण वाले महापुरखां दी अवस्था अते उन्हां दी वडियाई कर रहे हन। क्यों गुरमत दा सिद्धांत भी नाम दी महिमा नूं प्रगटाउंदा है। कलमै राम नाम सार ते भगत जी दा भी सिद्धांत नाम दी महिमा नूं प्रगटाउण वाला ही है। भगत कबीर जी किवें नाम दी महिमा ते नाम जपण वाले महापुरखां दी वडियाई कर रहे हन। आप संगतां प्रेम दे नाल सुनो ते एक वारी प्यार दे नाल आखो सतनाम श्री वाहिगुरु साहिब जीओ। गौड़ी ग्वारेरी अहन सेक नाम जो जागे, केतक सिद्ध भय लिव लागे राव। भगत कबीर जी गौड़ी राग दी ग्वारेरी जाति विच ये शब्द उचारण कर रहे हैं, क्योंकि गौड़ी राग दीयां अनेकां जातियां ने। ये गौड़ी ग्वारेरी गौड़ी राग दी एक जाति है। भगत जी फरमाउंदे हन अहनिस एक नाम जो जागे। जो गुरसिख माई पाई संत महापुरख अहनिस दा अर्थ है दिन रात एक वाहिगुरु दे
ਨਾਮ ਦੇ ਵਿੱਚ ਜਾਗ ਪਏ ਹਨ। ਭਾਵ ਜਿਨ੍ਹਾਂ ਦੇ ਜੀਵਨ ਦਾ ਆਧਾਰ ਹੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬਣ ਗਿਆ ਹੈ। ਤਿਆਕਤ ਜਲੰਗ ਨ ਜੀਵ ਮੀਨੰ ਨਹਿ ਤਿਆਗ ਚਾਤਰਕ ਮੇਘ ਮੰਡਲ ਹੈ। ਬਾਣ ਬੇਧੰਚ ਕੁਰੰਕ ਨਾਦੈ ਹੈ। ਆਲ ਬੰਧਨ ਕੁਸੁਮ ਬਾਸ਼ਨ ਹੈ। ਅਮਲੀ ਅਮਲ ਨ ਅੰਬੜੈ ਮੱਛੀ ਨੀਰ ਨਾ ਹੋਏ। ਜੋ ਰਤੇ ਸਹਿ ਆਪਣਾ ਤਿਨ ਭਾਵੈ ਸਭ ਕੋਈ। ਭਗਤ ਜੀ ਫਰਮਾਉਂਦੇ ਹਨ, ਜਿਨ੍ਹਾਂ ਦੀ ਅਵਸਥਾ ਇਹ ਬਣ ਗਈ ਹੈ, ਅੱਠੇ ਪੈਰ ਰਾਤ ਦਿਨ ਨਾਮ ਦੇ ਨਾਲ ਹੀ ਜੁੜੇ ਰਹਿੰਦੇ ਨੇ, ਵਾਹਿਗੁਰੂ ਦੇ ਨਾਮ ਦੇ ਵਿੱਚ ਜਾਗ ਪਏ ਨੇ। ਜਾਗਣ ਤੋਂ ਮੁਰਾਦ ਇਹ ਹੈ, ਅਸੀਂ ਠੀਕ ਹੈ ਕੁਝ ਨਾ ਕੁਝ ਨਾਮ ਜ਼ਰੂਰ ਜਪਦੇ ਹਾਂ, ਪਰ ਵਿੱਚ ਵਿੱਚ ਨੀਂਦ ਵੀ ਆਉਣ ਲੱਗ ਜਾਂਦੀ ਹੈ, ਆਲਸ ਵੀ ਆਉਣ ਲੱਗ ਜਾਂਦੀ ਹੈ। ਪਰ ਨਾਮ ਜਪਦਿਆਂ ਨੀਂਦ ਨੂੰ ਤਿਆਗਣਾ ਪੈਂਦਾ ਹੈ। ਇਸੇ ਲਈ ਗੁਰੂ ਰਾਮਦਾਸ ਮਹਾਰਾਜ ਨੇ ਵੀ ਗੁਰਸਿੱਖ ਨੂੰ ਇਹ ਉਪਦੇਸ਼ ਦਿੱਤਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਗੁਰਸਿੱਖ ਨੂੰ ਉਦਮ ਕਰਕੇ ਇਸ਼ਨਾਨ ਕਰਨਾ ਚਾਹੀਦਾ ਹੈ। ਇਸ਼ਨਾਨ ਦੇ ਨਾਲ ਨੀਂਦ ਦਾ ਪ੍ਰਭਾਵ, ਆਲਸ ਦੂਰ ਹੋ ਜਾਂਦੀ ਹੈ ਤੇ ਫਿਰ ਨਾਮ ਸਾਵਧਾਨ ਹੋ ਕੇ ਜਪਣਾ ਚਾਹੀਦਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸਾਵਧਾਨ ਤੇ ਏਕਾਗਰ ਚਿੱਤ ਹੋ ਕੇ, ਸਰੀਰ ਵੀ ਸਾਵਧਾਨ ਹੋਵੇ, ਚਿੱਤ ਵੀ ਏਕਾਗਰ ਹੋਵੇ ਤੇ ਫਿਰ ਵਾਹਿਗੁਰੂ ਦੇ ਨਾਮ ਨੂੰ ਜਪੋ। ਫਿਰ ਇਹ ਮਨ ਹਮੇਸ਼ਾ ਲਈ ਜਾਗ ਪੈਂਦਾ ਹੈ। ਭਿੰਨੀ ਰੈਣੜੀਐ ਚਾ ਮੱਕਣ ਤਾਰੇ, ਜਾਗਹਿ ਸੰਤ ਜਨਾ ਮੇਰੇ RAM ਪਿਆਰੇ। ਉਸ ਪ੍ਰਭੂ ਦੇ ਪਿਆਰੇ ਮਹਾਂਪੁਰਖ ਰਾਤ ਦੇ ਸਮੇਂ ਵੀ ਵਾਹਿਗੁਰੂ ਦੇ ਨਾਮ ਨੂੰ ਜਪਦੇ ਰਹਿੰਦੇ ਨੇ, ਕਿਉਂਕਿ ਉਹਨਾਂ ਦਾ ਸਵਾਸ ਗ੍ਰਾਸ ਦਾ ਸਿਮਰਨ ਹੋ ਜਾਂਦਾ ਹੈ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਸਰੀਰ ਦੀਆਂ ਤਿੰਨ ਅਵਸਥਾ ਨੇ, ਜਾਗਰਤ, ਸੁਪਨ ਤੇ ਸੁਖੋਪਤ। ਪਰ ਮਹਾਂਪੁਰਖ ਤੁਰੀਆ ਅਵਸਥਾ ਵਿੱਚ ਜਾਗਦੇ ਨੇ। ਅਹਨਿਸ ਏਕ ਨਾਮ ਜੋ ਜਾਗੇ। ਜੋ ਗੁਰਮੁਖ ਪਿਆਰੇ ਦਿਨ ਰਾਤ ਇੱਕ ਵਾਹਿਗੁਰੂ ਦੇ ਨਾਮ ਦੇ ਵਿੱਚ ਜਾਗ ਪੈਂਦੇ ਨੇ, ਨਾਮ ਜਪ ਕੇ ਤੁਰੀਆ ਅਵਸਥਾ ਵਿੱਚ ਆਤਮਕ ਜਾਗਰਤਾ ਵਿੱਚ ਜਾਗ ਪੈਂਦੇ ਨੇ। ਤੇ ਭਗਤ ਜੀ ਫਰਮਾਉਂਦੇ ਨੇ, ਕੀਤਕ ਸਿੱਧ ਪਏ ਲਿਵ ਲਾਗੇ। ਜਿਨ੍ਹਾਂ ਦੀ ਅੱਠੇ ਪਹਿਰ ਲਿਵ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਂਦੀ ਹੈ, ਫਿਰ ਉਹ ਕਿੰਨੇ ਹੀ ਐਸੇ ਰਿਸ਼ੀ ਮੁਨੀ ਮਹਾਂਪੁਰਖ ਨੇ ਜਿਹੜੇ ਸਿੱਧ ਬਣ ਜਾਂਦੇ ਹਨ। ਸਿੱਧ ਤੋਂ ਮੁਰਾਦ ਹੈ ਜਿਹੜੇ ਉਸ ਵਾਹਿਗੁਰੂ ਤੱਕ ਪਹੁੰਚ ਗਏ, ਜਿਨ੍ਹਾਂ ਨੇ ਆਤਮਕ ਅਡੋਲ ਅਵਸਥਾ ਨੂੰ ਅਥਵਾ ਸਹਿਜ ਪਦ ਨੂੰ, ਚੌਥੀ ਭੂਮਿਕਾ ਨੂੰ ਹਾਸਲ ਕਰ ਲਿਆ। ਅਥਵਾ ਸਿੱਧ ਦਾ ਅਰਥ ਹੈ ਮੁਕਤ ਹੋ ਜਾਣਾ। ਕੇਤਕ ਸਿੱਧ ਪਏ ਲਿਵ ਲਾਗੇ। ਨਾਮ ਜਪਦਿਆਂ ਜਪਦਿਆਂ ਜਿਨ੍ਹਾਂ ਦਾ ਮਨ ਜਾਗ ਪਿਆ ਤੇ ਜਿਨ੍ਹਾਂ ਦੀ ਲਿਵ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਗਈ, ਉਹ ਮਹਾਂਪੁਰਖ ਮੁਕਤ ਵੀ ਹੋ ਗਏ ਤੇ ਤੁਰੀਆ ਅਵਸਥਾ ਵੀ ਉਹਨਾਂ ਨੂੰ ਪ੍ਰਾਪਤ ਹੋ ਗਈ ਤੇ ਉਹ ਆਪਣੇ ਜੀਵਨ ਦੀ ਬਾਜੀ ਨੂੰ ਵੀ ਜਿੱਤ ਗਏ ਹਨ। ਸਾਧਕ ਸਿੱਧ ਸਗਲ ਮੁਨਹਾਰੇ, ਏਕ ਨਾਮ ਕਲਪਤਰ ਤਾਰੇ। ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਸਾਧਕ ਸਿੱਧ। ਸਾਧਕ ਦਾ ਅਰਥ ਹੈ ਸਾਧਨ ਕਰਨ ਵਾਲੇ ਜਿਗਿਆਸੂ, ਤੇ ਸਿੱਧ ਜਿਹੜੇ ਸਾਧਨ ਕਰਕੇ ਕਿਸੇ ਉੱਚੀ ਅਵਸਥਾ ਨੂੰ ਪਹੁੰਚ ਗਏ, ਉਹਨਾਂ ਨੂੰ ਸਿੱਧ ਆਖਿਆ ਜਾਂਦਾ ਹੈ। ਲੋ ਭਗਤ ਜੀ ਕਹਿੰਦੇ ਨੇ, ਜਿੰਨੇ ਵੀ ਸਾਧਨ ਕਰਨ ਵਾਲੇ ਲੋਕ ਨੇ ਤੇ ਸਿੱਧ ਪੁਰਸ਼ ਨੇ ਤੇ ਸਾਰੇ ਮੁਨੀ ਲੋਕ, ਉਹ ਵੀ ਹੋਰ ਸਾਧਨ ਕਰ ਕਰਕੇ ਹਾਰ ਗਏ ਨੇ। ਅਖੀਰ ਦੇ ਉੱਤੇ ਉਹਨਾਂ ਨੇ ਜਦੋਂ ਨਾਮ ਦੀ ਟੇਕ ਲਈ, ਏਕ ਨਾਮ ਕਲਪ ਤਰ ਤਾਰੇ। ਇੱਕ ਵਾਹਿਗੁਰੂ ਦਾ ਨਾਮ ਹੀ ਕਾਲੋ ਬਿਰਸ਼ ਹੈ।
ਕਾਲੋ ਬਿਰਸ਼ ਸਵਰਗ ਦੇ ਵਿੱਚ ਮੰਨਿਆ, ਉਹਦੀ ਤਾਰੀਫ ਇਹ ਹੈ, ਕਾਲੋ ਬਿਰਸ਼ ਦੇ ਕੋਲ ਜਾ ਕੇ ਮਨੁੱਖ ਜੋ ਵੀ ਕਲਪਨਾ ਕਰੇ, ਜੋ ਵੀ ਮਨ ਦੇ ਵਿੱਚ ਖਾਹਸ਼ ਕਰੇ, ਉਹ ਪੂਰੀ ਕਰ ਦਿੰਦਾ ਹੈ। ਉਸ ਕਾਲੋ ਬਿਰਸ਼ ਦੀ ਠੀਕ ਹੈ ਹੋਂਦ ਹੈ ਜਾਂ ਨਹੀਂ ਹੈ, ਇਹਦੇ ਬਾਰੇ ਤਾਂ ਗ੍ਰੰਥਾਂ ਵਿੱਚ ਹੀ ਪੜ੍ਹਿਆ ਜਾਂਦਾ ਹੈ, ਪਰ ਹਜ਼ੂਰ ਕਹਿੰਦੇ ਇੱਕ ਵਾਹਿਗੁਰੂ ਦਾ ਨਾਮ ਹੀ ਕਾਲੋ ਬਿਰਸ਼ ਹੈ। ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੀਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਾਡੀਆਂ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਇੱਕ ਵਾਹਿਗੁਰੂ ਦੇ ਨਾਮ ਰੂਪੀ ਕਾਲੋ ਬਿਰਸ਼ ਨੇ ਤਾਰੇ ਉਹਨਾਂ ਸਾਰਿਆਂ ਦਾ ਉਧਾਰ ਕੀਤਾ ਹੈ। ਜੋ ਹਰ ਹਰੇ ਸੋ ਹੋਏ ਨਾ ਆਨਾ, ਕਹਿ ਕਬੀਰ RAM ਨਾਮ ਪਛਾਨਾ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਗੁਰਮੁਖੋ ਜਿਹੜੇ ਗੁਰਮੁਖ ਪਿਆਰੇ ਹਰ ਹਰੇ, ਹਰੇ ਹਰੇ ਭਾਵ ਹੈ ਵਾਹਿਗੁਰੂ 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 ਦਾ ਸਿਮਰਨ ਕਰਦੇ ਰਹਿੰਦੇ ਹਨ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਤੇ ਭਗਤ ਜੀ ਕਹਿੰਦੇ ਨੇ ਹੋਏ ਨਾ ਆਨਾ, ਉਹ ਕੋਈ ਹੋਰ ਕਰਮਕਾਂਡੀ ਨਹੀਂ ਬਣ ਜਾਂਦੇ, ਉਹ ਕੋਈ ਪਖੰਡੀ ਜਾਂ ਕੋਈ ਦੰਭੀ ਨਹੀਂ ਬਣ ਜਾਂਦੇ, ਜਾਂ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਚਲੇ ਜਾਂਦੇ। ਜੋ ਵਾਹਿਗੁਰੂ ਵਾਹਿਗੁਰੂ ਜਪਦੇ ਹਨ ਉਹ ਵਾਹਿਗੁਰੂ ਦਾ ਰੂਪ ਹੋ ਜਾਂਦੇ ਹਨ। ਕਹੈ ਕਬੀਰ RAM ਨਾਮ ਪਛਾਨਾ। ਭਗਤ ਕਬੀਰ ਜੀ ਫਰਮਾਉਂਦੇ ਨੇ, ਕਿਉਂਕਿ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹੀ ਉਸ ਵਾਹਿਗੁਰੂ ਦੇ ਮਿਲਣ ਦਾ ਪ੍ਰਮੁੱਖ ਸਾਧਨ ਪਛਾਣ ਲਿਆ ਹੈ। ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਵਾਹਿਗੁਰੂ ਦਾ ਨਾਮ ਹੀ ਸਰਵੋਤਮ ਸਾਧਨ ਹੈ। ਕਿਸੇ ਕਵੀ ਨੇ ਬਹੁਤ ਖੂਬ ਲਿਖਿਆ ਹੈ, RAM ਨਾਮ ਅਵਲੰਬ ਬਿਨ ਅਵਰ ਜਿਤੇ ਪ੍ਰਯਾਸ, ਬਰਸਤ ਬਾਰਦ ਬੂੰਦ ਗਏ ਚੜ੍ਹਨਾ ਚਾਹੇ ਆਕਾਸ਼। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬਾਕੀ ਸਾਧਨ ਬੱਦਲ ਦੀਆਂ ਬੂੰਦਾਂ ਵਾਂਗ ਨੇ। ਬੱਦਲ ਦੀਆਂ ਬੂੰਦਾਂ ਫੜ ਕੇ ਕੋਈ ਆਕਾਸ਼ ਵਿੱਚ ਨਹੀਂ ਜਾ ਸਕਦਾ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਵਾਹਿਗੁਰੂ ਦੇ ਸੱਚਖੰਡ ਵਿੱਚ ਵੀ ਨਹੀਂ ਜਾ ਸਕਦਾ। ਉਸ ਵਾਹਿਗੁਰੂ ਦੇ ਪਿਆਰਿਆਂ ਨੇ ਵਾਹਿਗੁਰੂ ਦੇ ਨਾਮ ਨੂੰ ਹੀ ਸਰਬੋਤਮ ਸਾਧਨ ਪਛਾਣਿਆ ਹੈ। ਗੌੜੀ ਵੀ ਸੋਰਠ ਵੀ ਰੇ ਜੀ ਨਿਲਜ ਲਾਜ ਤੋਏ ਨਾਈ, ਹਰ ਤਜ ਕਤ ਕਾਹੂ ਕੇ ਜਾਈ। ਲੋ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਇਹਦੀ ਉਥਾਨਕਾ ਮਹਾਂਪੁਰਖਿਓਂ ਦੱਸਦੇ ਹਨ। ਭਗਤ ਜੀ ਦੇ ਬਹੁਤ ਸਾਰੇ ਪ੍ਰੇਮੀ ਸਨ, ਸਤਸੰਗੀ ਸਨ। ਇੱਕ ਭਗਤ ਜੀ ਦੇ ਕਿਸੇ ਪ੍ਰੇਮੀ ਦਾ ਪੁੱਤਰ ਪਹਿਲਾਂ ਤੇ ਉਹ ਕਬੀਰ ਜੀ ਦੀ ਸੰਗਤ ਕਰਦਾ ਸੀ ਤੇ ਵਾਹਿਗੁਰੂ ਦਾ ਨਾਮ ਵੀ ਜਪਦਾ ਸੀ। ਫਿਰ ਉਹਨੂੰ ਹੋਰ ਕਿਸੇ ਦੀ ਸੰਗਤ ਹੋ ਗਈ। ਉਹ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਨੂੰ ਛੱਡ ਕੇ ਕੋਈ ਹੋਰ ਮੜੀਆਂ ਮਸਾਣੀਆਂ ਦੇ ਮੰਨਣ ਪੂਜਣ ਦੇ ਵਿੱਚ ਲੱਗ ਗਿਆ। ਕਿਉਂਕਿ ਜਿਨ੍ਹਾਂ ਲੋਕਾਂ ਦਾ ਵਿਸ਼ਵਾਸ ਅਟਲ ਨਹੀਂ ਹੁੰਦਾ, ਜਿਨ੍ਹਾਂ ਦਾ ਭਰੋਸਾ ਪਰਪੱਕ ਨਹੀਂ ਹੁੰਦਾ, ਉਹ ਹੋਰ ਲੋਕਾਂ ਦੀਆਂ ਗੱਲਾਂ ਸੁਣ ਕੇ ਡੋਲ ਜਾਂਦੇ ਨੇ। ਦੁਨੀਆ ਦੀ ਇੱਕ ਭੇਡ ਚਾਲ ਹੈ। ਕਿਸੇ ਕਵੀ ਨੇ ਲਿਖਿਆ ਹੈ, ਜਾਕੀ ਭੇਡਾ ਚਾਲ ਚਲਤੇ ਕੇ ਪਾਛੇ ਚਲੇ, ਪਰਮਾਰਥ ਨਾ ਸੰਭਾਲ ਦੇਖੋ ਜਾਕੀ ਮੂఢਤਾ। ਜੇ ਹੁਣ ਇੱਕ ਆਦਮੀ ਕਿਸੇ ਮਟੀ ਨੂੰ ਜਾ ਕੇ ਮੱਥਾ ਟੇਕਣ ਲੱਗ ਪਿਆ, ਦੂਸਰਾ ਵੀ ਰੀਸੋ ਰੀਸ ਉਸੇ ਪਾਸੇ ਜਾਣ ਲੱਗ ਜਾਂਦਾ। ਜਾਕੀ ਭੇਡਾ ਚਾਲ, ਜਿੱਧਰ ਇੱਕ ਭੇਡ ਜਾਂਦੀ ਮਗਰੇ ਹੀ ਸਾਰਾ ਲਾਰਾ ਤੁਰ ਪੈਂਦਾ। ਇਹ ਦੁਨੀਆ ਦੀ ਹਾਲਤ ਹੈ। ਉਹ ਵੀ ਹੁਣ ਭਗਤ ਜੀ ਦਾ ਸੰਗੀ, ਉਹ ਵੀ ਵਾਹਿਗੁਰੂ ਦੇ ਸਿਮਰਨ ਨੂੰ ਛੱਡ ਕੇ ਹੋਰ ਮੜੀਆਂ ਮਸਾਣੀਆਂ ਦੀ ਪੂਜਾ ਵਿੱਚ ਜਾ ਲੱਗਿਆ। ਜਦੋਂ ਉਸ ਦੇ ਪਿਤਾ ਨੂੰ ਪਤਾ ਲੱਗਿਆ, ਬੜਾ ਮਨ ਨੂੰ ਦੁੱਖ ਹੋਇਆ। ਉਹਨੂੰ ਲੈ ਕੇ ਭਗਤ ਕਬੀਰ ਜੀ ਦੇ ਪਾਸ ਹਾਜ਼ਰ ਹੋਇਆ। ਬੇਨਤੀ ਕੀਤੀ, ਭਗਤ ਜੀ ਸਾਰਾ ਪਰਿਵਾਰ ਤੁਹਾਡਾ ਸ਼ਰਧਾਲੂ ਹੈ,
ਕਿਰਪਾ ਕਰਕੇ ਆ ਸਾਡਾ ਇੱਕ ਪਰਿਵਾਰ ਦਾ ਮੈਂਬਰ ਨੌਜਵਾਨ ਭਟਕ ਗਿਆ ਹੈ, ਇਹਨੂੰ ਸਿੱਧੇ ਰਾਹ ਪਾਓ। ਤਾਂ ਭਗਤ ਕਬੀਰ ਜੀ ਨੇ ਇਸ ਸ਼ਬਦ ਦੁਆਰਾ ਪਾਵਨ ਪਵਿੱਤਰ ਉਪਦੇਸ਼ ਦਿੱਤਾ, ਗੌੜੀ ਪੀ ਸੋਰਠ ਪੀ। ਲੋ ਭਗਤ ਕਬੀਰ ਜੀ ਕਹਿੰਦੇ ਨੇ ਇਹ ਜਿਹੜਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਵੀ ਗਾਇਆ ਜਾ ਸਕਦਾ ਹੈ ਤੇ ਸੋਰਠ ਪੀ ਸੋਰਠ ਰਾਗ ਦੇ ਵਿੱਚ ਵੀ। ਇਹ ਦੋਨੋਂ ਹੀ ਰਾਗਾਂ ਦੇ ਵਿੱਚ ਸ਼ਬਦ ਨੂੰ ਗਾਉਣ ਦੀ ਭਗਤ ਜੀ ਨੇ ਸੇਧ ਦਿੱਤੀ ਹੈ। ਲੋ ਹੁਣ ਉਸ ਭਟਕੇ ਹੋਏ ਮਨੁੱਖ ਨੂੰ ਉਪਦੇਸ਼ ਦਿੰਦੇ ਹਨ, ਰੇ ਜੀਨ ਲੱਜ ਲਾਜ ਤੋਹੇ ਨਹੀਂ। ਲੋ ਭਗਤ ਜੀ ਕਹਿੰਦੇ ਨੇ ਕਿ ਐ ਜੀਵ, ਐ ਮਨ, ਐ ਮਨੁੱਖ, ਤੂੰ ਇੰਨਾ ਨਿਰਲੱਜ ਹੈ, ਲਾਜ ਤੋਹੇ ਨਹੀਂ, ਤੈਨੂੰ ਭੋਰਾ ਵੀ ਰੱਤੀ ਭਰ ਵੀ ਸ਼ਰਮ ਨਹੀਂ ਹੈ। ਉਹ ਕਿਉਂ ਹਰ ਤਾਜ ਕਤ ਕਾਹੂ ਕੇ ਜਾਹੀ। ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਸਾਰੇ ਸੁੱਖਾਂ ਦਾ ਦਾਤਾ ਹੈ, ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰਤਲ ਧਰਿਆ, ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਜੋ ਸਾਰੀਆਂ ਰਿੱਧੀਆਂ ਸਿੱਧੀਆਂ ਦਾ ਵੀ ਦਾਤਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕਤ ਕਾਹੂ ਕੇ ਜਾਹੀ, ਹੋਰ ਕਿਸੇ ਦੇ ਪਾਸ ਕਾਹਦੇ ਲਈ ਜਾਣੇ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤਿਆਂ ਮਗਰ ਜਾਣਾ, ਪੀਰਾਂ ਫਕੀਰਾਂ ਮਗਰ ਜਾਣਾ, ਮੜੀਆਂ ਮਸਾਣੀਆਂ ਪਿੱਛੇ ਜਾਣਾ ਜਾਂ ਦੇਹ ਧਾਰੀਆਂ ਦੇ ਮਗਰ ਤੁਰੇ ਫਿਰਨਾ, ਇਹ ਕੋਈ ਚੰਗੀ ਗੱਲ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਬਚਨ ਨੇ, ਸਭ ਕਿਛ ਕਰਮੈ ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਭੁਲਾਹੀ। ਜੇ ਕਰ ਹੁੰਦਾ ਮੰਗਣ ਜਾਈਏ, ਫਿਰ ਓਲਾਮਾ ਮਿਲੇ ਤਹੀਂ। ਜੇ ਘਰ ਦੇ ਵਿੱਚ ਹੀ ਸਭ ਕੁਝ ਸਾਨੂੰ ਮਿਲਦਾ ਹੋਵੇ ਤੇ ਅਸੀਂ ਆਪਣੇ ਪਿਤਾ ਨੂੰ ਛੱਡ ਕੇ ਕਿਸੇ ਹੋਰ ਪਾਸੋਂ ਜਾ ਕੇ ਮੰਗਣਾ ਸ਼ੁਰੂ ਕਰ ਦਈਏ, ਇਹ ਤੇ ਇੱਕ ਓਲਾਮੇ ਵਾਲੀ ਗੱਲ ਹੀ ਹੈ ਨਾ। ਪੁੱਤਰ ਦਾ ਫਰਜ਼ ਹੈ ਉਹ ਆਪਣੇ ਪਿਤਾ ਕੋਲੋਂ ਮੰਗੇ, ਪਿਤਾ ਦਾ ਫਰਜ਼ ਹੈ ਉਸ ਦੀ ਜ਼ਰੂਰੀ ਲੋੜ ਪੂਰੀ ਵੀ ਕਰੇ। ਪਰ ਜੇ ਹੁਣ ਕੋਈ ਗੁਸਤਾਖ ਪੁੱਤਰ, ਨਲਾਇਕ ਪੁੱਤਰ ਆਪਣੇ ਪਿਤਾ ਨੂੰ ਛੱਡ ਕੇ ਹੋਰਾਂ ਪਾਸੋਂ ਜਾ ਕੇ ਮੰਗਣਾ ਸ਼ੁਰੂ ਕਰ ਦੇਵੇ ਤੇ ਫਿਰ ਉਹਦੇ ਪਿਤਾ ਨੂੰ ਇੱਕ ਤਰ੍ਹਾਂ ਦਾ ਉਲਾਮਾ ਹੀ ਹੁੰਦਾ ਹੈ ਨਾ। ਇਸ ਲਈ ਭਗਤ ਜੀ ਕਹਿੰਦੇ ਨੇ, ਰੇ ਜੀਨ ਲੱਜ, ਕਿ ਐ ਜੀਵ ਤੂੰ ਇੰਨਾ ਬੇਸ਼ਰਮ ਹੋ ਗਿਆ, ਤੈਨੂੰ ਰੱਤਾ ਪਰ ਵੀ ਸ਼ਰਮ ਨਹੀਂ ਹੈ। ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਜੋ ਸਰਵ ਸ਼ਕਤੀਮਾਨ ਹੈ ਤੇ ਹੋਰ ਕਿਸੇ ਪਾਸੇ ਕਿਸੇ ਦੇ ਪਿੱਛੇ ਕਿਉਂ ਤੁਰਿਆ ਫਿਰਦਾ, ਤੈਨੂੰ ਬਿਲਕੁਲ ਨਹੀਂ ਜਾਣਾ ਚਾਹੀਦਾ। ਜਾਗੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨ ਸੋਹੀ। ਲੋ ਹੁਣ ਰਹਾਉ ਵਿਸਰਾਮ ਦੇ ਕੇ ਭਗਤ ਜੀ ਫਿਰ ਉਹਨੂੰ ਸਮਝਾਉਂਦੇ ਹਨ, ਦੇਖ ਜਾਕੋ ਠਾਕੁਰ ਉੱਚਾ ਹੋਈ, ਜਿਸ ਦਾ ਠਾਕੁਰ ਮਾਲਕ ਸਭ ਤੋਂ ਉੱਚਾ ਹੋਵੇ, ਭਾਵ ਜਿਵੇਂ ਕੋਈ ਸ਼ਹਿਨਸ਼ਾਹ ਹੋਵੇ, ਚੱਕਰਵਰਤੀ ਪਾਤਸ਼ਾਹ ਹੋਵੇ। ਸੋ ਜਨ ਪਰ ਘਰ ਜਾਤ ਨਾ ਸੋਹੀ, ਉਹ ਜਾਨ ਪੁਰਖ ਹੋਰ ਪਰਾਏ ਘਰਾਂ ਦੇ ਵਿੱਚ ਜਾਂਦਾ ਸ਼ੋਭਾ ਨਹੀਂ ਪਾਉਂਦਾ। ਉਹ ਅਕਾਲ ਪੁਰਖ ਵਾਹਿਗੁਰੂ ਕਿਤਨਾ ਉੱਚਾ ਹੈ, ਉਹਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਕੋਟ ਬ੍ਰਹਮੰਡ ਕੋ ਠਾकुर स्वामी, सर्व जियां का दाता रे, ਪ੍ਰਤਪਾਲੈ ਨਿਤਸਾਰ ਸੰਭਾਲੈ, ਗੁਣੀ ਮੂਰਖ ਜਾਤਾ ਰੇ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਰੋੜਾਂ ਬ੍ਰਹਮੰਡਾਂ ਖੰਡਾਂ ਦਾ ਮਾਲਕ ਹੈ। ਕਲਗੀਧਰ ਪਾਤਸ਼ਾਹ ਦੇ ਵੀ ਬਚਨ ਨੇ, ਕਾਲ ਪੁਰਖ ਕੀ ਦੇਹ ਮੋਹ, ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ, ਰਾਵ ਸਸ ਕਰੋੜ ਜਲੇਸ਼। ਉਹ ਕਿਤਨਾ ਉੱਚਾ ਹੈ। ਸਭ ਦੇਵੀ ਦੇਵਤੇ, ਕਈ ਰਾਮ ਬਾਰ ਬੁਹਾਰ, ਕਈ ਕ੍ਰਿਸ਼ਨ ਆਉ ਮੁਖ ਚਾਰ, ਉਹਦੇ ਘਰ ਦੇ ਝਾੜੂ ਬਰਦਾਰ ਨੇ। ਹਜ਼ੂਰ ਕਹਿੰਦੇ ਨੇ, ਜਿਸ ਦਾ ਮਾਲਕ ਬਹੁਤ ਉੱਚਾ ਹੋਵੇ, ਉਹ ਜਨ ਸੇਵਕ, ਉਹ ਗੁਰਸਿੱਖ ਪਰਾਏ ਘਰਾਂ ਦੇ ਵਿੱਚ ਜਾਂਦਾ ਸ਼ੋਭਾ ਨਹੀਂ ਪਾਉਂਦਾ। ਸੋ ਸਾਹਿਬ ਰਿਆ ਭਰਪੂਰ, ਸਦਾ ਸੰਗ ਨਾਹੀ ਹਰ ਦੂਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਹ ਸਾਹਿਬ ਦੀਨ ਦੁਨੀ ਦਾ ਪਾਤਸ਼ਾਹ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਕਿ ਸਰਬੱਤਰ ਕਾਲੈ, ਕਿ ਸਰਬੱਤਰ ਪਾਲੈ,
ਜਮੀ ਤੂਹੀ ਜਮਾਂ ਤੂਹੀ ਮਕੀ ਤੂਹੀ ਮਕਾਂ ਤੂਹੀ ਸਦਾ ਸੰਗ ਨਾਹੀ ਹਰ ਦੂਰ। ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਸਭ ਦੇ ਅੰਗ ਸੰਗ ਵਸ ਰਿਹਾ ਹੈ, ਕਿਸੇ ਤੋਂ ਵੀ ਦੂਰ ਨਹੀਂ ਹੈ। ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਪੂਤੇ। ਇਸ ਲਈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਣਾ ਚਾਹੀਦਾ। ਕਵਲਾ ਚਰਨ ਸਰਨ ਹੈ ਜਾਕੇ, ਕਹੋ ਜਨ ਕਾ ਨਾਈ ਕਰ ਤਾਕੇ। ਲੋ ਭਗਤ ਜੀ ਫਰਮਾਉਂਦੇ ਨੇ, ਗੁਰਮੁਖਾ ਵੇਖ, ਕਵਲਾ ਦਾ ਅਰਥ ਹੈ ਲక్ష్ਮੀ। ਇਹ ਜਿਹੜੀ ਲక్ష్ਮੀ ਦੇਵੀ ਹੈ, ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਚਰਨ ਸ਼ਰਨ ਦੇ ਵਿੱਚ ਰਹਿ ਕੇ ਸੇਵਾ ਕਰ ਰਹੀ ਹੈ। ਕਵਲਾ ਚਰਨ ਸ਼ਰਨ ਹੈ ਜਾ ਕੇ। ਇਹ ਕਵਲਾ ਲక్ష్ਮੀ, ਜਿਸ ਨੂੰ ਮਾਇਆ ਵੀ ਕਹਿੰਦੇ ਨੇ, ਸ਼੍ਰੀ ਵੀ ਕਹਿੰਦੇ ਨੇ, ਇਹ ਜਿਹੜੀ ਲక్ష్ਮੀ ਹੈ ਉਸ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦੀ ਹੈ। ਕਹੋ ਜਨ, ਇੱਥੇ ਵਿਸਰਾਮ ਦੇਣਾ, ਕਹੋ ਜਨ ਕਾ ਨਾਹੀ ਕਰ ਤਾਕੇ। ਤੇ ਫਿਰ ਇਹ ਪੁਰਸ਼ ਦੱਸ, ਜਿਹਦੇ ਚਰਨਾਂ ਦੀ ਸ਼ਰਨ ਵਿੱਚ ਲక్ష్ਮੀ ਰਹਿੰਦੀ ਹੈ, ਮਾਇਆ ਹਾਜ਼ਰ ਹੈ, ਫਿਰ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਕੀ ਨਹੀਂ ਹੋ ਸਕਦਾ। ਭਾਵ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਸਭ ਕੁਝ ਹੈ। ਸੰਤੋ ਹਰ 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 ਆਰਾਧੋ, ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਾਧੋ। ਧਰੂ ਭਗਤ ਨੇ ਪਹਿਲਾਂ ਰਾਜ ਦੀ ਇੱਛਾ ਕਰਕੇ ਨਾਮ ਜਪਿਆ, ਭਗਤੀ ਕੀਤੀ, ਫਿਰ ਅਮਰ ਪਦਵੀ ਦਾ ਵੀ ਖਿਆਲ ਆ ਗਿਆ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉਹਨੂੰ ਨਿਸਕੰਟਕ ਰਾਜ ਵੀ ਦਿੱਤਾ ਤੇ ਅਮਰ ਪਦਵੀ ਵੀ ਬਖਸ਼ਿਸ਼ ਕਰ ਦਿੱਤੀ। ਇਸ ਲਈ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ ਹੈ। ਸਭ ਕੋ ਕਹੈ ਜਸ ਕੀ ਬਾਤਾ, ਸੋ ਸਮਰਥ ਨਿਜ ਪਤ ਹੈ ਦਾਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਈ ਸਭ ਕੋ ਪਵ ਹਰ ਮਨੁੱਖ, ਹਰ ਇਨਸਾਨ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਨੂੰ ਆਖ ਰਿਹਾ ਹੈ, ਹਰ ਬੰਦਾ ਵਾਹਿਗੁਰੂ ਦੀ ਗੱਲ ਕਰ ਰਿਹਾ ਹੈ। ਸੋ ਸਮਰੱਥ, ਉਹ ਅਕਾਲ ਪੁਰਖ ਵਾਹਿਗੁਰੂ ਸਰਬ ਸ਼ਕਤੀਮਾਨ ਹੈ। ਨਿਜ ਪਤ ਹੈ ਦਾਤਾ, ਉਹ ਆਪਣਾ ਮਾਲਕ ਆਪ ਹੀ ਹੈ। ਇਹਦਾ ਮਤਲਬ ਇਹ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਸ ਅਕਾਲ ਪੁਰਖ ਵਾਹਿਗੁਰੂ ਦਾ ਮਾਲਕ ਕੋਈ ਹੋਰ ਨਹੀਂ, ਉਹ ਆਪਣਾ ਮਾਲਕ ਖੁਦ ਆਪ ਹੈ ਤੇ ਦਾਤਾ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਦਾਤਾ ਹੈ। ਕਹੇ ਕਬੀਰ ਪੂਰਨ ਜਗ ਸੋਈ, ਜਾਕੇ ਹਿਰਦੈ ਅਵਰ ਨਾ ਹੋਈ। ਲੋ ਭਗਤ ਕਬੀਰ ਜੀ ਅਖੀਰ ਉਤੇ ਇਸੇ ਸ਼ਬਦ ਦਾ, ਇਸੇ ਵਿਚਾਰ ਦਾ ਨਿਚੋੜ ਕੱਢ ਰਹੇ ਹਨ। ਗੁਰਮੁਖਾ ਪੂਰਨ ਜਗ ਸੋਈ, ਉਹੀ ਸੰਸਾਰ ਦੇ ਵਿੱਚ ਪੂਰਨ ਮਹਾਪੁਰਖ ਹੈ, ਉਹੀ ਪੂਰਨ ਪੁਰਖ ਹੈ, ਜਾਂ ਕਿ ਹਿਰਦਾ ਅਵਰ ਨਾ ਹੋਈ, ਜਿਹਦੇ ਹਿਰਦੇ ਵਿੱਚ ਸਿਵਾਏ ਅਕਾਲ ਪੁਰਖ ਤੋਂ ਹੋਰ ਕੋਈ ਵੀ ਖਿਆਲ ਨਹੀਂ ਹੈ। ਇਹਦਾ ਮਤਲਬ ਇਹ ਹੈ, ਜਿਹਦਾ ਅਕਾਲ ਪੁਰਖ ਵਾਹਿਗੁਰੂ ਤੇ ਪੂਰਨ ਭਰੋਸਾ ਹੈ, ਜਿਹਦੇ ਮਨ ਦੇ ਵਿੱਚ ਹੋਰ ਕੋਈ ਖਿਆਲ ਆਉਂਦਾ ਹੀ ਨਹੀਂ ਹੈ, ਉਹੀ ਅਸਲੀ ਪੂਰਨ ਮਹਾਪੁਰਖ ਆਪਣੇ ਆਪ ਨੂੰ ਸੁਧਵਾ ਸਕਦਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੈ, ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੂ ਆਂਖ ਤੇਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਜਿਹਦੇ ਮਨ ਦੇ ਵਿੱਚ ਵਾਹਿਗੁਰੂ ਤੋਂ ਬਿਨਾਂ ਹੋਰ ਖਿਆਲ ਆਉਂਦਾ ਹੀ ਨਹੀਂ, ਉਹ ਪੂਰਨ ਪੁਰਖ ਹੈ। ਮੈਂ ਨਾ ਗਨੇਸੈ ਪ੍ਰਿਥਾ ਮਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਕਾਨ ਸੁਨੇ ਪਹਿਚਾਨ ਨਾ ਤਿਨ ਸੋ, ਲਿਵ ਲਾਗੀ ਮੋਰੀ ਪੱਗ ਇਨ ਸੋ। ਗੁਰਮਤਿ ਦਾ ਸਿਧਾਂਤ ਹੈ, ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ। ਬਸ ਇੱਕ ਦੇ ਨਾਲ ਜੁੜਨਾ, ਸਿਰਫ ਪੂਜਾ ਅਕਾਲ ਦੀ ਕਰਨੀ ਹੈ, ਪਰਚਾ ਸ਼ਬਦ ਦਾ ਰੱਖਣਾ, ਦੀਦਾਰ ਖਾਲਸੇ ਦਾ ਕਰਨਾ। ਇਹ ਕਲਗੀਧਰ ਪਾਤਸ਼ਾਹ ਦੇ ਅੰਤਮ ਬਚਨ ਸਨ ਖਾਲਸੇ ਨੂੰ, ਬਈ ਖਾਲਸਾ ਜੀ ਤੁਸੀਂ ਕਿਸੇ ਹੋਰ ਪਾਸੇ ਨਹੀਂ ਜਾਣਾ, ਸਿਰਫ ਅਕਾਲ ਪੁਰਖ ਦੇ ਪੁਜਾਰੀ ਬਣਨਾ ਹੈ। ਕੌਣ ਕੋ ਪੂਤ ਪਿਤਾ ਕੋ ਕਾਕੋ,
ਕੌਣ ਮਰੈ ਕੋ ਦੇ ਸੰਤਾਪੋ। ਲੋ ਹੁਣ ਭਗਤ ਕਬੀਰ ਜੀ ਜੋ ਅੱਗੇ ਸ਼ਬਦ ਉਚਾਰਨ ਕਰ ਰਹੇ ਹਨ ਔਰ ਇਹ ਮੋਹ ਮਾਇਆ ਤੋਂ ਬਚਣ ਦੇ ਲਈ ਬਹੁਤ ਸੁੰਦਰ ਉਪਦੇਸ਼ ਹੈ। ਇਸ ਸ਼ਬਦ ਦੀ ਉਥਾਨਕਾ ਮਹਾਂਪੁਰਖ ਇਉਂ ਦੱਸਦੇ ਹਨ। ਭਗਤ ਕਬੀਰ ਜੀ ਦਾ ਕੋਈ ਸੰਗੀ ਸੀ, ਉਹਦਾ ਪੁੱਤਰ ਅਚਾਨਕ ਚੜ੍ਹਾਈ ਕਰ ਗਿਆ। ਹੁਣ ਕਿਸੇ ਦਾ ਨੌਜਵਾਨ ਪੁੱਤਰ ਅੱਖਾਂ ਦੇ ਸਾਹਮਣੇ ਚੜ੍ਹਾਈ ਕਰ ਜਾਵੇ, ਪਿਤਾ ਦੇ ਮਨ ਨੂੰ ਦੁੱਖ ਤਾਂ ਹੁੰਦਾ ਹੀ ਹੈ। ਉਹ ਜ਼ਾਰੋ ਜ਼ਾਰ ਰੋਣ ਲੱਗਿਆ। ਭਗਤ ਕਬੀਰ ਜੀ ਨੂੰ ਪਤਾ ਲੱਗਿਆ। ਪਰਿਵਾਰ ਨੇ, ਰਿਸ਼ਤੇਦਾਰਾਂ ਨੇ ਬੇਨਤੀ ਕੀਤੀ, ਮਹਾਰਾਜ ਕੁਝ ਇਹਨੂੰ ਸਮਝਾਓ। ਤਾਂ ਭਗਤ ਕਬੀਰ ਜੀ ਨੇ ਇਸ ਪਵਿੱਤਰ ਸ਼ਬਦ ਦੁਆਰਾ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਬਾਣੀ ਸਰਬਕਾਲੀ ਤੇ ਸਰਬ ਸਾਂਝੀ ਹੈ। ਹੁਣ ਸਾਨੂੰ ਵੀ ਇਹ ਉਪਦੇਸ਼ ਦਿੰਦੀ ਹੈ, ਹਰ ਠੱਗ ਜਾਗੋ ਠਗੌਰੀ ਲਾਈ, ਹਰ ਕੇ ਬਿਓ ਕੈਸੇ ਜਿਉ ਮੇਰੀ ਮਾਈ। ਰਹਾਓ ਭਗਤ ਜੀ ਕਹਿੰਦੇ ਨੇ ਅਸਲੀ ਤੇ ਮਾਤਾ ਪਿਤਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਪਾਏ ਜਗਤ ਦਿਖਾਇਆ। ਪਰ ਉਸ ਵਾਹਿਗੁਰੂ ਪਰਮੇਸ਼ਰ ਠੱਗ ਨੇ ਸਾਰੇ ਸੰਸਾਰ ਨੂੰ ਇੱਕ ਐਸੀ ਠੱਗ ਬੂਟੀ ਮੋਹ ਦੀ ਲਾ ਦਿੱਤੀ ਹੈ। ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮੀਠਾ ਲਾਇਆ। ਹਰ ਕੇ ਬਿਓ ਕੈਸੇ ਜਿਉ ਮੇਰੀ ਮਾਈ। ਭਗਤ ਕਬੀਰ ਜੀ ਕਹਿੰਦੇ ਨੇ ਅਸਲੀ ਮਾਤਾ ਪਿਤਾ ਤੇ ਅਕਾਲ ਪੁਰਖ ਵਾਹਿਗੁਰੂ ਹੈ। ਸਾਡਾ ਉਹਦੇ ਨਾਲ ਪਿਆਰ ਹੋਣਾ ਚਾਹੀਦਾ। ਭਗਤ ਜੀ ਆਪਣੇ ਬਾਰੇ ਕਹਿ ਰਹੇ ਹਨ ਬਈ ਸਾਡਾ ਤਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਪਿਆਰ ਹੋ ਗਿਆ। ਅਸੀਂ ਉਹਨੂੰ ਆਪਣਾ ਮਾਤਾ ਪਿਤਾ ਭੈਣ ਭਰਾ ਸਭ ਕੁਝ ਸਮਝਿਆ ਹੈ। ਹਰ ਕੇ ਵਿਯੋਗ ਉਸ ਵਾਹਿਗੁਰੂ ਦੇ ਵਿਛੋੜੇ ਦੇ ਵਿੱਚ ਕੈਸੇ ਜਿਉ ਮੇਰੀ ਮਾਈ, ਐ ਮੇਰੀ ਮਾਤਾ, ਐ ਮਾਂ ਪੁਰਖੋ ਮੈਂ ਕਿਵੇਂ ਜਿਉ ਸਕਦਾ ਹਾਂ, ਨਹੀਂ ਜਿਉ ਸਕਦਾ। ਇਹਦਾ ਮਤਲਬ ਇਹ ਹੈ, ਭਗਤ ਜੀ ਕਹਿੰਦੇ ਨੇ ਤੁਸੀਂ ਜੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਕੋਈ ਪਰਿਵਾਰ ਦਾ ਮੈਂਬਰ ਚੜ੍ਹਾਈ ਕਰ ਜਾਂਦਾ ਹੈ, ਕੋਈ ਰਿਸ਼ਤੇਦਾਰ ਚੜ੍ਹਾਈ ਕਰ ਜਾਂਦਾ ਹੈ, ਤੁਸੀਂ ਇਹ ਨਾ ਸੋਚੋ ਬਈ ਅਸੀਂ ਹੁਣ ਲਾਵਾਰਸ ਹੋ ਗਏ ਹਾਂ, ਕੋਈ ਸਾਡਾ ਵਾਰਸ ਨਹੀਂ ਰਿਹਾ। ਨਹੀਂ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਦਾ ਮਾਤਾ ਪਿਤਾ ਹੈ। ਸਾਨੂੰ ਉਹਦੇ ਉੱਤੇ ਭਰੋਸਾ ਕਰਨਾ ਚਾਹੀਦਾ ਹੈ। ਭਰੋਸਾ ਹੀ ਨਹੀਂ, ਉਹਦੇ ਨਾਲ ਪਿਆਰ ਵੀ ਕਰਨਾ ਚਾਹੀਦਾ ਹੈ। ਕਿੰਨਾ ਪਿਆਰ ਉਸ ਦੇ ਵਿਛੋੜੇ ਤੋਂ ਬਿਨਾਂ ਸਾਡਾ ਜਿਉਣਾ ਵੀ ਹਰਾਮ ਹੋ ਜਾਵੇ। ਭਾਵ ਉਸ ਵਾਹਿਗੁਰੂ ਦੇ ਨਾਲ ਇੰਨਾ ਪਿਆਰ ਹੋਵੇ ਜਿਵੇਂ ਮੱਛੀ ਦਾ ਪਾਣੀ ਨਾਲ ਪ੍ਰੇਮ ਹੁੰਦਾ। ਲੋ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ, ਕੌਣ ਕੋ ਪੂਤ, ਕੌਣ ਕਿਸੇ ਦਾ ਪੁੱਤਰ ਹੈ, ਪਿਤਾ ਕੋ ਕਾਂ ਕੋ, ਕੌਣ ਕੋਈ ਕਿਸੇ ਦਾ ਪਿਤਾ ਹੈ। ਇਹ ਤੇ ਇੱਕ ਸੰਸਾਰਕ ਸੰਬੰਧ ਨੇ। ਕੌਣ ਕੋਈ ਕਿਸੇ ਦਾ ਪਿਤਾ ਹੈ, ਕੌਣ ਕੋਈ ਕਿਸੇ ਦਾ ਪੁੱਤਰ ਹੈ, ਇਹ ਤੇ ਸੰਸਾਰਕ ਸੰਬੰਧ ਸੰਸਾਰਕ ਰਿਸ਼ਤੇ ਵਾਹਿਗੁਰੂ ਨੇ ਬਣਾਏ ਨੇ। ਕੌਣ ਮਰੈ ਕੋ ਦੇ ਸੰਤਾਪੋ, ਕੌਣ ਮਰਦਾ ਹੈ, ਕੌਣ ਕੋਈ ਕਿਸੇ ਨੂੰ ਸੰਤਾਪੋ ਦੁੱਖ ਦੇ ਰਿਹਾ ਹੈ। ਜਦੋਂ ਕੋਈ ਆਦਮੀ ਮਰਦਾ ਹੈ ਨਾ, ਤੇ ਜਿਹੜੇ ਪਿਛਲੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਕਹਿੰਦੇ ਆਪ ਤੇ ਚਲਿਆ ਗਿਆ ਤੇ ਸਾਡੇ ਲਈ ਮੁਸੀਬਤ ਖੜੀ ਕਰ ਗਿਆ, ਸਾਨੂੰ ਸੰਤਾਪ ਦੇ ਗਿਆ। ਪਰ ਭਗਤ ਜੀ ਕਹਿੰਦੇ ਨੇ ਜਰਾ ਸੋਚੋ, ਜਿਹੜੇ ਸੰਸਾਰਕ ਸੰਬੰਧ ਨੇ, ਸਰੀਰਕ ਰਿਸ਼ਤੇ ਨੇ, ਇਹਨਾਂ ਤੋਂ ਜਰਾ ਉੱਚਾ ਉੱਠ ਕੇ ਸੋਚੋ। ਕੌਣ ਕੋਈ ਕਿਸੇ ਦਾ ਪਿਤਾ ਹੈ, ਕੌਣ ਕੋਈ ਕਿਸੇ ਦਾ ਪੁੱਤਰ ਹੈ, ਕੌਣ ਮਰਦਾ ਹੈ, ਕੌਣ ਕਿਸੇ ਨੂੰ ਸੰਤਾਪੋ ਦੁੱਖ ਦੇ ਰਿਹਾ ਹੈ। ਇਹ ਸੰਸਾਰਕ ਸੰਬੰਧ ਤਾਂ ਸਾਰੇ ਝੂਠੇ ਨੇ। ਸਰੀਰ 5 ਤੱਤਾਂ ਦਾ ਬਣਿਆ ਹੋਇਆ ਹੈ। 5 ਤਤ ਕੋ ਤਨ ਰਚਿਓ ਜਾਨਹੁ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਪਰ ਦੂਸਰੇ ਪਾਸੇ ਜਿਹੜੀ ਆਤਮਾ ਹੈ ਉਹ ਹਮੇਸ਼ਾ ਲਈ ਅਮਰ ਹੈ। ਕੌਣ ਮਰਦਾ ਹੈ, ਕੋਈ ਮਰਨ ਵਾਲੀ ਚੀਜ਼ ਹੈ ਨਹੀਂ, ਮਰਨ ਹਾਰ ਇਹੋ ਜੀਗਰਾ ਨਹੀਂ। ਕੌਣ ਕਿਸੇ ਨੂੰ ਦੁੱਖ ਦੇ ਰਿਹਾ ਹੈ। ਇਹ ਤੇ ਐਵੇਂ ਸਾਡੇ ਵਹਿਮਾਂ ਭਰਮਾਂ ਦੇ ਕਾਰਨ ਹੀ ਮਨੁੱਖ ਐਸੀ ਕਲਪਨਾ ਕਰ ਰਹੇ ਹਨ। ਹਰ ਠਗ ਜਨ ਕੋ ਠਗੌਰੀ ਲਾਈ, ਹਰ ਕੇ ਵਿਯੋਗ ਕੈਸੇ ਜਿਉ ਮੇਰੀ ਮਾਈ। ਰਹਾਉ ਲੋ ਭਗਤ ਜੀ ਫਰਮਾਉਂਦੇ ਨੇ ਹਰ ਠੱਗ ਵੀ ਗੁਰਮੁਖੋ ਉਹ ਵਾਹਿਗੁਰੂ ਪਰਮੇਸ਼ਰ ਠੱਗ ਹੈ। ਇਹ ਇੱਕ ਪਿਆਰ ਦੇ ਵਿੱਚ ਬਚਨ ਆਖਿਆ ਹੈ।
ਇਹਦਾ ਮਤਲਬ ਇਹ ਨਹੀਂ ਭਗਤ ਜੀ ਸੱਚਮੁੱਚ ਹੀ ਕੁਛ ਵਾਹਿਗੁਰੂ ਪਰਮੇਸ਼ਰ ਨੂੰ ਠੱਗ ਜਾਂ ਚੋਰ ਡਾਕੂ ਬਣਾ ਰਹੇ ਨੇ। ਨਹੀਂ, ਇਹ ਇੱਕ ਪਿਆਰ ਦੀ ਗੱਲ ਹੈ। ਜਿਵੇਂ ਕੋਈ ਕਿਸੇ ਨਾਲ ਬਹੁਤਾ ਪਿਆਰ ਹੋਵੇ ਨਾ, ਤੇ ਉਹ ਸਾਡੇ ਨਾਲ ਕੋਈ ਨਾ ਕੋਈ ਹਾਸਾ ਮਜ਼ਾਕ ਕਰ ਦੇਵੇ ਤੇ ਅਸੀਂ ਕਹਿੰਦੇ ਹਾਂ ਵੀ ਤੂੰ ਤੇ ਠੱਗ ਹੈ, ਤੂੰ ਇਹ ਗੱਲ ਇਉਂ ਕਿਉਂ ਕੀਤੀ। ਇਹ ਪਿਆਰ ਦੇ ਨਾਲ ਵੀ ਸ਼ਬਦ ਬੋਲਿਆ ਜਾਂਦਾ ਹੈ। ਭਗਤ ਜੀ ਕਹਿੰਦੇ ਨੇ ਹਰ ਠੱਗ ਉਹ ਵਾਹਿਗੁਰੂ ਪਰਮੇਸ਼ਰ ਆਪ ਠੱਗ ਹੈ। ਉਸਨੇ ਸਾਰੇ ਸੰਸਾਰ ਨੂੰ ਇਹ ਮਾਇਆ ਦੇ ਮੋਹ ਦੀ, ਪਰਿਵਾਰ ਦੇ ਮੋਹ ਦੀ ਠੱਗ ਬੂਟੀ ਲਾ ਦਿੱਤੀ ਹੈ। ਪਰ ਸਾਡਾ ਤੇ ਉਸ ਵਾਹਿਗੁਰੂ ਦੇ ਨਾਲ ਪਿਆਰ ਹੋ ਗਿਆ, ਅਸੀਂ ਉਹਦੇ ਵਿਛੋੜੇ ਕਰਕੇ ਕੈਸੇ ਜਿਉਂ ਮੇਰੀ ਮਾਈ ਐ ਮੇਰੀ ਮਾਤਾ ਸੀ ਕਿਵੇਂ ਜੀ ਸਕਦੇ ਹਾਂ, ਨਹੀਂ ਜਿਉਂ ਸਕਦੇ, ਕਿਉਂਕਿ ਸਾਡੇ ਜੀਵਨ ਦਾ ਆਧਾਰ ਹੀ ਵਾਹਿਗੁਰੂ ਬਣ ਗਿਆ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਭਗਤ ਕਬੀਰ ਜੀ ਕਹਿੰਦੇ ਨੇ ਵਾਹਿਗੁਰੂ ਤੋਂ ਬਿਨਾਂ ਅਸੀਂ ਜਿਉਂ ਨਹੀਂ ਸਕਦੇ।